ਸੋ ਅੱਜ ਅਸੀਂ ਡਾਇਨਾਮਿਕਸ ਦੀ ਬੁੱਕ ਪੜ੍ਹਨ ਜਾ ਰਹੇ ਹਾਂ ਜੋ ਕਿ BA ਅਤੇ BSc ਨੂੰ 5ਵੇਂ ਸਮੈਸਟਰ ਦੇ ਵਿੱਚ ਲੱਗੇਗੀ, ਜਿਹਦੇ ਵਿੱਚ ਸਾਨੂੰ ਪਹਿਲੇ ਥੋੜ੍ਹੀਆਂ ਗੱਲਾਂ ਫਿਜ਼ਿਕਸ ਦੇ ਬਾਰੇ ਪਤਾ ਹੋਣੀਆਂ ਚਾਹੀਦੀਆਂ ਨੇ, ਜਿਵੇਂ ਕਿ ਬੇਸਿਕ ਕਨਸੈਪਟ ਡਾਇਨਾਮਿਕਸ ਕੀ ਹੁੰਦਾ ਹੈ, ਕਾਈਨਮੈਟਿਕਸ ਕੀ ਹੁੰਦਾ ਹੈ, ਕਾਈਨਮੈਟਿਕ ਇਕੁਏਸ਼ਨਸ ਕੀ ਹੁੰਦੀਆਂ, ਰੈਸਟ ਅਤੇ ਮੋਸ਼ਨ ਬਾਰੇ ਕੀ ਹੁੰਦਾ ਹੈ। ਅਤੇ ਇਹਦੇ ਵਿੱਚ ਨਾ ਸਾਡੇ ਕੋਲ 9 ਚੈਪਟਰ ਆਉਂਦੇ ਨੇ, ਜਿਹਦੇ ਵਿੱਚ ਪਹਿਲਾ ਚੈਪਟਰ ਜਿਹੜਾ ਹੈਗਾ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈਗਾ, ਜਦ ਕਿ ਉਹ ਤੁਹਾਨੂੰ ਪੜ੍ਹਨਾ ਜ਼ਰੂਰੀ ਹੈਗਾ। ਜਿਹਦੇ ਵਿੱਚ ਜਿਵੇਂ ਕਿ BA ਦੇ ਬੱਚਿਆਂ ਕੋਲ ਫਿਜ਼ਿਕਸ ਦਾ ਸਬਜੈਕਟ ਨਹੀਂ ਹੁੰਦਾ ਅਤੇ ਉਹਨਾਂ ਨੂੰ ਇੰਨੀ ਜਾਣਕਾਰੀ ਨਹੀਂ ਹੁੰਦੀ, ਤਾਂ ਪਹਿਲੇ ਇਹ ਜਾਣਕਾਰੀ ਲੈਣਗੇ ਉਹ, ਅਤੇ ਉਹਨਾਂ ਨੂੰ ਜਿਹੜੀ ਹੈਗੀ ਹੈ ਇਹ ਬੁੱਕ ਜਿਹੜੀ ਹੈਗੀ ਹੈ ਈਜ਼ੀਲੀ ਅੰਡਰਸਟੈਂਡ ਕਰਨ ਵਾਸਤੇ ਨਾ ਥੋੜ੍ਹਾ ਸੌਖ ਹੋ ਜਾਏਗਾ। ਤਾਂ ਕਰਕੇ ਅਸੀਂ ਜਿਹੜਾ ਹੈਗਾ ਇਹਦਾ ਪਹਿਲਾ ਚੈਪਟਰ ਵੀ ਪੜ੍ਹਾਂਗੇ। ਸੋ ਤੁਹਾਡਾ ਜਿਹੜਾ ਹੈਗਾ ਇੰਡੈਕਸ ਪੇਜ ਹੈਗਾ, ਜਿਹਦੇ ਵਿੱਚ ਤੁਹਾਡੇ ਕੋਲ ਇਹ ਸਾਰੇ ਚੈਪਟਰ ਹੈਗੇ ਨੇ, ਜਿਹਦੇ ਵਿੱਚ ਪਹਿਲਾ ਬੇਸਿਕ ਕਨਸੈਪਟ ਹੈਗਾ, ਦੈਨ ਉਸ ਤੋਂ ਬਾਅਦ ਤੁਹਾਡੇ ਕੋਲ ਮੋਸ਼ਨ ਵਿਦ ਕੌਨਸਟੈਂਟ ਐਕਸਲਰੇਸ਼ਨ ਹੈਗਾ, ਦੈਨ ਲੋਜ਼ ਆਫ ਮੋਸ਼ਨ ਹੈਗਾ। ਇਹ ਤਾਂ ਤੁਹਾਡਾ ਬੇਸਿਕ ਚੈਪਟਰ ਹੈਗੇ ਨੇ, ਕੋਈ ਮੁਸ਼ਕਿਲ ਦੀ ਗੱਲ ਨਹੀਂ ਗੀ। ਧਿਆਨ ਨਾਲ ਪੜ੍ਹੋਗੇ, ਧਿਆਨ ਨਾਲ ਸਮਝੋਗੇ, ਸਾਰਾ ਤੁਹਾਨੂੰ ਬਹੁਤ ਹੀ ਸੌਖਾ ਲੱਗਣਾ ਹੈਗਾ। ਬਸ ਇੱਕ ਵਾਰ ਕਨਸੈਪਟ ਨੂੰ ਕੈਚ ਕਰਨ ਦੀ ਜ਼ਰੂਰਤ ਹੈਗੀ ਹੈ, ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈਗੀ, ਰੈਗੂਲਰ ਪੜ੍ਹੋ। ਸੋ ਸਾਡਾ ਹੁਣ ਚੈਪਟਰ ਜਿਹੜਾ ਹੈਗਾ ਚੈਪਟਰ 1, ਇਹ ਨਾ ਸਾਡਾ ਜਿਹੜਾ ਹੈਗਾ ਸਿਰਫ ਕਨਸੈਪਟ ਸਮਝਣ ਦੇ ਪਰਪਸ ਦੇ ਉੱਤੇ ਹੈਗਾ। ਇਹਦੇ ਵਿੱਚੋਂ ਦੀ ਸਾਡੇ ਸਿਲੇਬਸ ਦੇ ਵਿੱਚੋਂ ਦੀ ਕੁਐਸਚਨਸ ਬਿਲਕੁਲ ਨਹੀਂ ਆਉਂਦੇ ਹੈਗੇ। ਕੁਐਸਚਨ ਤੁਹਾਡੇ ਆਉਂਦੇ ਨੇ ਪੇਪਰ ਦੇ ਵਿੱਚ ਚੈਪਟਰ 2 ਤੋਂ, ਠੀਕ ਹੈ। ਇਹ ਤੁਸੀਂ ਪਾਰਟ ਸਕਿਪ ਵੀ ਕਰ ਸਕਦੇ ਹੋ, ਬਟ ਮੈਂ ਇਹ ਸਲਾਹ ਦੇਵਾਂਗੀ ਕਿ ਬੱਚਿਆਂ ਨੂੰ ਪਹਿਲੇ ਬੇਸਿਕ ਨੌਲੇਜ ਹੋਣੀ ਚਾਹੀਦੀ ਹੈਗੀ ਹੈ। ਸੋ ਨਾ ਅਸੀਂ ਸਭ ਤੋਂ ਪਹਿਲੇ ਕਿਹਦੇ ਬਾਰੇ ਗੱਲ ਕਰਦੇ ਪਏ ਹਾਂ, ਡਾਇਨਾਮਿਕਸ। ਬੁੱਕ ਦਾ ਨਾਮ ਹੀ ਕੀ ਹੈ, ਡਾਇਨਾਮਿਕਸ। ਅਸੀਂ ਇਹਦੇ ਵਿੱਚ ਕੀ ਗੱਲ ਕਰਦੇ ਪਏ ਹਾਂ ਕਿ ਇਹ ਜਿਹੜੀ ਹੈਗੀ ਹੈ ਫਿਜ਼ਿਕਸ ਦੀ ਮਕੈਨਿਕਸ ਵਾਲੀ ਬ੍ਰਾਂਚ। ਫਿਜ਼ਿਕਸ ਦੇ ਵਿੱਚ ਨਾ 2 ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦੀ ਮਕੈਨਿਕਸ, ਇੱਕ ਹੁੰਦੀ ਕੁਆਂਟਮ। ਅਸੀਂ ਹਾਲੇ ਉਹਨੂੰ ਡਿਟੇਲਸ ਨਹੀਂ ਪੜ੍ਹਾਂਗੇ ਕਿਉਂਕਿ ਅਸੀਂ ਫਿਜ਼ਿਕਸ ਨਹੀਂ, ਅਸੀਂ ਮੈਥਸ ਪੜ੍ਹਦੇ ਪਏ ਹਾਂ। ਸੋ ਅਸੀਂ ਮਕੈਨਿਕਸ ਦੀ ਉਹ ਬ੍ਰਾਂਚ ਪੜ੍ਹਦੇ ਪਏ ਹਾਂ ਜਿਹਦੇ ਵਿੱਚ ਕੋਈ ਵੀ ਬੋਡੀ ਉੱਤੇ ਜਦੋਂ ਅਸੀਂ ਫੋਰਸ ਅਪਲਾਈ ਕਰਦੇ ਹਾਂ ਨਾ, ਅਤੇ ਉਹ ਬੋਡੀ ਜਿਹੜੀ ਕਿਹਦੇ ਵਿੱਚ ਆ ਜਾਂਦੀ ਹੈਗੀ, ਮੋਸ਼ਨ ਦੇ ਵਿੱਚ ਆ ਜਾਂਦੀ ਹੈਗੀ। ਜਦੋਂ ਮੋਸ਼ਨ ਦੇ ਵਿੱਚ ਆਉਂਦੀ ਹੈ ਨਾ, ਕਹਿਣ ਦਾ ਮਤਲਬ ਹੁਣ ਇੱਕ ਨਵਾਂ ਵਰਡ ਪੜ੍ਹਿਆ ਸੀ, ਮੋਸ਼ਨ। ਫਿਜ਼ਿਕਸ ਦੇ ਬੱਚਿਆਂ ਵਾਸਤੇ ਜਾਂ ਸਾਇੰਸ ਦੇ ਬੱਚਿਆਂ ਵਾਸਤੇ ਇਹ ਬਹੁਤ ਸਿਮਿਲਰ ਜਿਹਾ ਵਰਡ ਹੈਗਾ, ਬਟ ਜਿਹੜੇ ਬੱਚੇ BA ਦੇ ਗਏ ਨੇ ਉਹਨਾਂ ਵਾਸਤੇ ਮੋਸ਼ਨ ਕੀ ਪਤਾ, ਉਹਨਾਂ ਨੂੰ ਪਤਾ ਜਾਂ ਨਹੀਂ ਪਤਾ, ਮੈਂ ਕਲੀਅਰ ਕਰ ਦਿੰਦੀ ਹਾਂ। ਮੋਸ਼ਨ ਹੈਗਾ ਕਿ ਕੋਈ ਚੀਜ਼ ਜਿਹੜੀ ਹੈਗੀ ਹੈ ਸਟਿਲ ਨਹੀਂ ਹੈਗੀ, ਕਹਿਣ ਦਾ ਮਤਲਬ ਰੈਸਟ 'ਤੇ ਨਹੀਂ ਹੈਗੀ, ਲਗਾਤਾਰ ਉਹ ਕੀ ਕਰਦੀ ਪਈ ਹੈ, ਮੂਵ ਕਰਦੀ ਪਈ ਹੈ, ਉਹਨੂੰ ਅਸੀਂ ਕਹਿੰਦੇ ਹਾਂ ਮੋਸ਼ਨ। ਅਤੇ ਜਦੋਂ ਅਸੀਂ ਕਿਸੇ ਚੀਜ਼ ਦੇ ਉੱਤੇ ਫੋਰਸ ਅਪਲਾਈ ਕਰਦੇ ਹਾਂ ਨਾ, ਅਤੇ ਜਿਹੜੀ ਉਹ ਬੋਡੀ ਹੈਗੀ ਹੈ ਨਾ ਉਹ ਮੋਸ਼ਨ ਦੇ ਵਿੱਚ ਜਾਂਦੀ ਹੈ ਨਾ, ਅਸੀਂ ਉਹਨੂੰ ਕਹਿੰਦੇ ਹਾਂ, ਕਿਹੜੀ ਆਪਾਂ ਚੀਜ਼ ਨੂੰ ਪੜ੍ਹਦੇ ਪਏ ਹਾਂ, ਡਾਇਨਾਮਿਕਸ ਪੜ੍ਹਦੇ ਪਏ ਹਾਂ। ਅੱਗੋਂ ਜਿਹੜੀ ਡਾਇਨਾਮਿਕਸ ਹੈਗੀ ਹੈ ਨਾ, ਇਹ 2 ਤਰ੍ਹਾਂ ਦੀ ਹੈਗੀ ਹੈ, ਜਿਵੇਂ ਕਿ ਕਾਈਨਮੈਟਿਕਸ ਅਤੇ ਕਾਈਨੈਟਿਕਸ। ਹੁਣ ਕਾਈਨਮੈਟਿਕਸ ਕੀ ਹੈਗਾ ਸਾਡੇ ਕੋਲ, ਅਤੇ ਕਾਈਨੈਟਿਕਸ ਕੀ ਹੈਗਾ। ਕਾਈਨਮੈਟਿਕ ਉਹ ਬ੍ਰਾਂਚ ਹੈਗੀ ਹੈ ਜਿਹਦੇ ਵਿੱਚ ਸਾਡੇ ਕੋਲ ਬੋਡੀ ਮੋਸ਼ਨ ਦੇ ਵਿੱਚ ਤੇ ਹੁੰਦੀ ਹੈ, ਬਟ ਸਾਡੇ ਕੋਲ ਫੋਰਸ ਦਾ ਕੋਈ ਰੈਫਰੈਂਸ ਨਹੀਂ ਹੁੰਦਾ। ਕਹਿਣ ਦਾ ਮਤਲਬ ਹੈਗਾ ਸਾਨੂੰ ਨਹੀਂ ਪਤਾ ਫੋਰਸ ਕਿਵੇਂ ਅਪਲਾਈ ਹੋਏ, ਕਿੱਥੋਂ ਅਪਲਾਈ ਹੋਏ, ਬਟ ਮੋਸ਼ਨ ਦੇ ਵਿੱਚ ਬੋਡੀ ਹੈਗੀ ਹੈ। ਇਹਦੀ ਸਿੰਪਲ ਐਗਜ਼ਾਮਪਲਸ ਹੈਗੀਆਂ, ਡਿਸਪਲੇਸਮੈਂਟ ਹੋ ਗਿਆ, ਵੈਲੋਸਿਟੀ ਹੋ ਗਈ, ਐਕਸਲਰੇਸ਼ਨ ਤੇ ਟਾਈਮ ਹੋ ਗਿਆ, ਜਾਂ ਫਿਰ ਇਹਨਾਂ ਦੇ ਵਿੱਚ ਰਿਲੇਸ਼ਨਸ ਹੋ ਜਾਏਗਾ, ਬਟ ਸਾਨੂੰ ਰੈਫਰੈਂਸ ਕੋਈ ਨਹੀਂ ਦਿੱਤਾ ਹੋਏਗਾ, ਰੈਫਰੈਂਸ ਪੁਆਇੰਟ ਕੋਈ ਨਹੀਂ ਦਿੱਤਾ ਹੋਏਗਾ, ਬਟ ਫਿਰ ਵੀ ਸਭ ਕੁਝ ਮੋਸ਼ਨ ਦੇ ਵਿੱਚ ਹੁੰਦਾ ਹੋਏਗਾ। ਅੱਛਾ, ਕਾਈਨੈਟਿਕਸ ਕੀ ਹੁੰਦਾ ਹੈਗਾ, ਇਟ ਇਜ਼ ਦ ਸਟੱਡੀ ਆਫ ਰਿਲੇਸ਼ਨਸ਼ਿਪ ਬਿਟਵੀਨ ਦ ਫੋਰਸ ਐਕਟਿੰਗ ਔਨ ਦ ਬੋਡੀ, ਦ ਮਾਸ ਆਫ ਦ ਬੋਡੀ ਐਂਡ ਦ ਮੋਸ਼ਨ ਆਫ ਦ ਬੋਡੀ। ਅਸੀਂ ਇਹਦੇ ਵਿੱਚ ਰਿਲੇਸ਼ਨਸ਼ਿਪ ਪੜ੍ਹਨਾ ਹੈਗਾ ਕਿਹਦੇ ਬਾਰੇ, ਜਦੋਂ ਕੋਈ ਫੋਰਸ ਕਿਹਦੇ 'ਤੇ ਐਕਟ ਕਰਦੀ ਪਈ ਹੈ, ਕਿਸੇ ਬੋਡੀ 'ਤੇ ਐਕਟ ਕਰਦੀ ਪਈ ਹੈ, ਉਹ ਬੋਡੀ ਨੂੰ ਮੋਸ਼ਨ ਦੇ ਵਿੱਚ ਲੈ ਕੇ ਆਉਂਦੀ ਪਈ ਹੈ, ਕਿਸ ਤਰ੍ਹਾਂ ਮੋਸ਼ਨ ਦੇ ਵਿੱਚ ਲੈ ਕੇ ਆਉਂਦੀ ਪਈ, ਅਸੀਂ ਸਾਰਾ ਉਹਦੇ ਬਾਰੇ ਪੜ੍ਹਨਾ। ਸੋ ਅੱਗੇ ਅਸੀਂ ਪੜ੍ਹਾਂਗੇ ਕਿ ਰੈਸਟ ਅਤੇ ਮੋਸ਼ਨ ਕੀ ਹੁੰਦਾ ਹੈਗਾ। ਰੈਸਟ ਤੋਂ ਤੇ ਸਾਰਿਆਂ ਨੂੰ ਪਤਾ ਲੱਗਦਾ ਪਿਆ ਕੋਈ ਚੀਜ਼ ਜਿਹੜੀ ਹੈਗੀ ਆਰਾਮ ਕਰਦੀ ਪਈ, ਸਿੰਪਲ ਲੈਂਗੁਏਜ ਦੇ ਵਿੱਚ, ਬਟ ਫਿਜ਼ਿਕਸ ਦੀ ਲੈਂਗੁਏਜ ਦੇ ਵਿੱਚ ਕਹਿਣ ਦਾ ਮਤਲਬ ਹੈਗਾ ਜਦੋਂ ਕੋਈ ਬੋਡੀ ਜਿਹੜੀ ਹੈਗੀ ਹੈ ਟਾਈਮ ਦੇ ਅਕੋਰਡਿੰਗ ਜਾਂ ਫਿਰ ਸਰਾਊਂਡਿੰਗ ਦੇ ਅਕੋਰਡਿੰਗ ਆਪਣੀ ਪੋਜੀਸ਼ਨ ਨੂੰ ਨਾ ਚੇਂਜ ਕਰੇ, ਉਹਨੂੰ ਅਸੀਂ ਕਹਿੰਦੇ ਹਾਂ ਉਹ ਬੋਡੀ ਕਿਹਦੇ ਵਿੱਚ ਹੈਗੀ ਹੈ, ਰੈਸਟ ਦੇ ਵਿੱਚ ਹੈਗੀ ਹੈ। ਸਿੰਪਲ ਐਗਜ਼ਾਮਪਲ ਹੈਗੀ ਹੈ, ਇੱਕ ਟੇਬਲ ਦੇ ਉੱਤੇ ਪੈਨ ਪਿਆ ਹੋਇਆ, ਜਿੰਨੀ ਦੇਰ ਤੱਕ ਅਸੀਂ ਪੈਨ ਨੂੰ ਚੁੱਕਾਂਗੇ ਨਹੀਂ, ਟੇਬਲ ਹਿਲਾਵਾਂਗੇ ਨਹੀਂ, ਉਹ ਜਿਹੜਾ ਹੈਗਾ ਰੈਸਟ 'ਤੇ ਰਹੇਗਾ। ਬਟ ਮੋਸ਼ਨ ਕੀ ਹੈਗਾ, ਜਦੋਂ ਕੋਈ ਚੀਜ਼ ਜਿਹੜੀ ਹੈਗੀ ਹੈ ਟਾਈਮ ਦੇ ਨਾਲ ਆਪਣੀ ਪੋਜੀਸ਼ਨ ਚੇਂਜ ਕਰੇ, ਉਹਦੀ ਸਰਾਊਂਡਿੰਗ ਚੇਂਜ ਹੋਵੇ, ਉਹਨੂੰ ਕਹਿੰਦੇ ਆ ਕਿ ਸਾਡੇ ਕੋਲ ਚੀਜ਼ ਕਿਹਦੇ ਵਿੱਚ ਹੈਗੀ ਹੈ, ਮੋਸ਼ਨ ਦੇ ਵਿੱਚ ਹੈਗੀ ਹੈ। ਅੱਗੇ ਵਾਲੀ ਚੀਜ਼ ਬਹੁਤ ਧਿਆਨ ਨਾਲ ਸਮਝਣ ਵਾਲੀ ਹੈਗੀ ਹੈ। ਸਿੰਪਲ ਐਗਜ਼ਾਮਪਲ ਹੈਗੀ ਹੈ, ਕਈ ਵਾਰੀ ਸਾਨੂੰ ਲੱਗਦਾ ਹੈਗਾ ਕਿ ਅਸੀਂ ਰੈਸਟ 'ਤੇ ਗਏ ਹਾਂ, ਪਰ ਸਾਹਮਣੇ ਵਾਲੇ ਲੱਗਦਾ ਕਿ ਤੁਸੀਂ ਮੂਵਿੰਗ 'ਚ ਗਏ ਹੋ। ਕਾਫੀ ਕੰਪਲੀਕੇਟਿਡ ਲੱਗਾ ਨਾ, ਬਟ ਇਹ ਕੰਪਲੀਕੇਟਿਡ ਨਹੀਂ ਹੈਗਾ। ਸਿੰਪਲ ਜਿਹੀ ਐਗਜ਼ਾਮਪਲ ਹੈਗੀ ਹੈ, ਤੁਸੀਂ ਟ੍ਰੇਨ ਦੇ ਵਿੱਚ ਬੈਠੇ ਹੋਏ ਹੋ ਅਤੇ ਤੁਸੀਂ ਬਾਹਰ ਸਟੇਸ਼ਨ 'ਤੇ ਵੇਖਦੇ ਪਏ ਹੋ, ਅਤੇ ਤੁਹਾਡੀ ਟ੍ਰੇਨ ਜਿਹੜੀ ਹੈਗੀ ਹੈ ਚੱਲਦੀ ਪਈ ਹੈ। ਤੁਹਾਡੇ ਵਾਸਤੇ ਬਾਹਰ ਵਾਲਾ ਬੰਦਾ ਜਿਹੜਾ ਹੈਗਾ ਉਹ ਕੀ ਹੈਗਾ, ਮੂਵਿੰਗ 'ਚ ਹੈਗਾ,
ਪਰ ਬਾਹਰ ਵਾਲੇ ਬੰਦੇ ਵਾਸਤੇ ਤੁਸੀਂ ਕਿਹਦੇ ਵਿੱਚ ਹੈਗੇ ਹੋ, ਮੂਵਿੰਗ 'ਚ। ਬਟ ਐਕਚੁਅਲ ਦੇ ਵਿੱਚ ਬਾਹਰ ਵਾਲਾ ਬੰਦਾ ਰੈਸਟ ਹੈਗਾ, ਤੁਸੀਂ ਆਪਣੀ ਜਗ੍ਹਾ ਰੈਸਟ ਹੈਗੇ ਹੋ। ਇਹਨਾਂ ਨੂੰ ਕਹਿੰਦੇ ਆ ਜਦੋਂ ਮੋਸ਼ਨ ਤੇ ਰੈਸਟ ਜਿਹੜੇ ਹੈਗੇ ਆਪਣੇ ਰਿਲੇਟਿਵ ਟਰਮਸ ਦੇ ਨਾਲ ਹੋਣ, ਮਤਲਬ ਸਿਮਿਲਰ ਹੋਣ। ਥੋੜੇ ਜਿਹੇ ਕਨਫਿਊਜ਼ਨ ਵਾਲੀ ਚੀਜ਼ ਹੈਗੀ ਆ, ਬਟ ਸਿੰਪਲ ਐਗਜ਼ਾਮਪਲ ਸਾਰਿਆਂ ਨੇ ਜਿਹੜੀ ਹੈਗੀ ਆ ਫੀਲ ਕੀਤੀ ਹੋਣੀ ਹੈ ਕਿ ਸਾਨੂੰ ਇੱਦਾਂ ਲੱਗਦਾ ਟ੍ਰੇਨ 'ਚ ਬੈਠੇ ਹੋਏ ਜਾਂ ਬੱਸ ਦੇ ਵਿੱਚ ਬੈਠੇ ਹੋਏ ਕਿ ਬਾਹਰ ਵਾਲਾ ਚੱਲਦਾ ਪਿਆ ਹੈ ਜਾਂ ਅਸੀਂ ਚੱਲਦੇ ਪਏ ਹਾਂ, ਠੀਕ ਹੈ। ਉਸ ਤੋਂ ਬਾਅਦ ਹੈਗਾ ਪਾਥ। ਸਿੰਪਲ ਇੰਗਲਿਸ਼ ਦਾ ਵਰਡ ਹੈਗਾ ਪਾਥ, ਕੀ ਹੁੰਦਾ ਹੈਗਾ, ਰਸਤਾ। ਦ ਸਟੇਟ ਲਾਈਨ ਔਰ ਕਰਵ ਅਲੋਂਗ ਦ ਮੂਵਿੰਗ ਪਾਰਟੀਕਲ ਟਰੈਵਲ ਇਜ਼ ਕੋਲਡ ਇਟਸ ਪਾਥ ਔਰ ਦ ਪਾਥ ਆਫ ਮੋਸ਼ਨ। ਦੇਖੋ ਜਾਂ ਤੇ ਬੰਦਾ ਸਿੱਧਾ ਚੱਲਦਾ ਹੈਗਾ ਜਾਂ ਤੇ ਫਿਰ ਜਿਹੜਾ ਹੈਗਾ ਕਰਵਡ ਰਸਤੇ ਚੱਲਦਾ ਹੈਗਾ। ਕਹਿਣ ਦਾ ਮਤਲਬ ਥੋੜਾ ਗੋਲਾਕਾਰ ਦੇ ਵਿੱਚ। ਜਦੋਂ ਜਿਹੜਾ ਪਾਰਟੀਕਲ ਜਿਹੜਾ ਹੈਗਾ ਜਾਂ ਤੇ ਸਟੇਟ ਲਾਈਨ ਦੇ ਵਿੱਚ ਮੂਵ ਕਰੇ ਜਾਂ ਤੇ ਫਿਰ ਜਿਹੜਾ ਹੈਗਾ ਕਰਵਡ ਪਾਥ ਵਿੱਚ ਮੂਵ ਕਰੇ, ਉਹਨੂੰ ਅਸੀਂ ਕਹਿੰਦੇ ਆ ਪਾਰਟੀਕਲ ਦਾ ਮੋਸ਼ਨ, ਪਾਥ ਆਫ ਮੋਸ਼ਨ ਜਾਂ ਫਿਰ ਪਾਥ। ਅੱਛਾ, ਜੇ ਪਾਰਟੀਕਲ ਜਿਹੜਾ ਹੈਗਾ ਸਟੇਟ ਲਾਈਨ ਦੇ ਵਿੱਚ ਚੱਲਦਾ ਪਿਆ ਫਿਰ ਅਸੀਂ ਉਹਨੂੰ ਕਵਾਂਗੇ, ਉਹ ਮੋਸ਼ਨ ਨੂੰ ਕਵਾਂਗੇ ਰੈਕਟੀਲੀਨੀਅਰ। ਲੀਨੀਅਰ ਦਾ ਮਤਲਬ ਸਟ੍ਰੇਟ, ਸਿੱਧਾ। ਅੱਛਾ, ਤੇ ਜੇ ਜਿਹੜਾ ਪਾਰਟੀਕਲ ਹੈਗਾ ਉਹਦਾ ਪਾਥ ਕੀ ਹੈਗਾ, ਕਰਵ ਦੇ ਵਿੱਚ ਹੈਗਾ, ਫਿਰ ਉਹਨੂੰ ਆਪਾਂ ਕਿਹੜਾ ਮੋਸ਼ਨ ਕਵਾਂਗੇ, ਕਰਵੀ ਲੀਨੀਅਰ। ਕਰਵੀ ਮਤਲਬ ਕਰਵਡ ਦੇ ਵਿੱਚ ਜਿਹੜਾ ਮੋਸ਼ਨ ਹੁੰਦਾ ਪਿਆ ਉਹਨੂੰ ਆਪਾਂ ਕਹਾਂਗੇ ਕਰਵੀ ਲੀਨੀਅਰ। ਅੱਛਾ, ਨੈਕਸਟ ਕੀ ਹੈਗਾ ਸਾਡੇ ਕੋਲ, ਪੋਜੀਸ਼ਨ। ਪੋਜੀਸ਼ਨ ਦੇ ਵਿੱਚ ਕੀ ਹੈਗਾ ਸਾਡੇ ਕੋਲ, ਸੋ ਹੁਣ ਪੋਜੀਸ਼ਨ ਕੀ ਹੁੰਦਾ ਹੈਗਾ, ਪਾਰਟੀਕਲ ਨੇ ਕਿੰਨੇ ਟਾਈਮ ਦੇ ਵਿੱਚ ਕਿੰਨਾ ਪਾਥ ਕਵਰ ਕੀਤਾ ਹੈਗਾ, ਕਿੰਨੀ ਪੋਜੀਸ਼ਨ ਚੇਂਜ ਕੀਤੀ ਗਈ ਹੈ, ਉਹਨੂੰ ਅਸੀਂ ਕੀ ਕਵਾਂਗੇ, ਪਾਰਟੀਕਲ ਦੀ ਪੋਜੀਸ਼ਨ। ਅੱਛਾ, ਹੁਣ ਅੱਗੇ ਕੀ ਹੈਗਾ, ਡਿਸਪਲੇਸਮੈਂਟ। ਬਹੁਤ ਸਿੰਪਲ ਹੈਗਾ, ਡਿਸਪਲੇਸਮੈਂਟ ਜਿਹੜਾ ਹੈਗਾ ਸ਼ੋਰਟੈਸਟ ਪਾਥ ਹੁੰਦਾ ਹੈਗਾ, ਕਿੰਨੇ ਕਵਰ ਕੀਤਾ ਹੁੰਦਾ, ਕਿਹਦੀ ਗੱਲ ਕਰਦੇ ਪਿਆ, ਪਾਰਟੀਕਲ ਦੀ। ਅੱਛਾ, ਇੱਕ ਸਭ ਤੋਂ ਮੇਨ ਚੀਜ਼ ਯਾਦ ਰੱਖਣਾ ਕਿ ਇਹਦੇ ਵਿੱਚ ਨਾ ਡਾਇਰੈਕਸ਼ਨ ਮੈਟਰ ਕਰਦੀ ਹੈਗੀ ਜੇ, ਠੀਕ ਹੈ। ਅੱਛਾ, ਅਗਲਾ ਟੌਪਿਕ ਹੈਗਾ ਵੈਲੋਸਿਟੀ। ਵੈਲੋਸਿਟੀ ਪੜ੍ਹਨ ਤੋਂ ਪਹਿਲੇ ਅਸੀਂ ਸਪੀਡ ਪੜ੍ਹਦੇ ਹਾਂ। ਸਾਰਿਆਂ ਨੇ 8ਵੀਂ 9ਵੀਂ 10ਵੀਂ ਦੇ ਵਿੱਚ ਤੇ ਸਪੀਡ ਪੜ੍ਹਿਆ ਹੀ ਹੋਣਾ, ਜਿਹਦੇ ਵਿੱਚ ਕੀ ਹੁੰਦਾ ਜਦੋਂ ਡਿਸਟੈਂਸ ਚੇਂਜ ਹੁੰਦਾ ਹੈ ਵਿਦ ਰਿਸਪੈਕਟ ਟੂ ਟਾਈਮ ਦੇ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਸਪੀਡ। ਅੱਛਾ, ਤੇ ਵੈਲੋਸਿਟੀ ਕੀ ਹੋ ਜਾਏਗਾ, ਜਦੋਂ ਡਿਸਪਲੇਸਮੈਂਟ ਚੇਂਜ ਹੁੰਦੀ ਹੈ ਟਾਈਮ ਦੇ ਨਾਲ, ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਵੈਲੋਸਿਟੀ। ਤੇ ਇਹ ਜਿਹੜੀ ਹੈਗੀ ਆ ਆਪਾਂ ਕਿੰਨਾ ਡਿਨੋਟ ਕਰਦੇ ਹੈਗੇ ਆ, ਸਮੋਲ v ਦੇ ਨਾਲ। ਤੇ ਇਹ ਜਿਹੜੀ ਹੈਗੀ ਹੈ ਵੈਕਟਰ ਕੁਆਂਟਿਟੀ ਹੈਗੀ ਹੈ, ਮਤਲਬ ਕਿ ਇਹਦੇ ਵਿੱਚ ਡਾਇਰੈਕਸ਼ਨ ਤੇ ਮੈਗਨੀਟਿਊਡ ਦੋਨੋਂ ਜਿਹੜੇ ਹੈਗੇ ਆ ਮੈਟਰ ਕਰਦੇ ਹੈਗੇ ਆ। ਤੇ ਇੱਕ ਗੱਲ ਯਾਦ ਰੱਖਣਾ, ਡਾਇਨਾਮਿਕਸ ਦੀ ਬੁੱਕ ਪੜ੍ਹਦੇ ਪਿਓ, ਕਹਿਣ ਦਾ ਮਤਲਬ ਹੈਗਾ ਕਿ ਇਹਦੇ ਵਿੱਚ ਤੁਹਾਨੂੰ ਸਾਰਿਆਂ ਦੇ SI ਯੂਨਿਟ, CGS ਯੂਨਿਟ, ਉਹਨਾਂ ਦੀ ਕਨਵਰਜਨ ਪਤਾ ਹੋਣੀ ਚਾਹੀਦੀ ਹੈ, ਕਿਉਂਕਿ ਐਂਡ ਰਿਜ਼ਲਟ ਦੇ ਵਿੱਚ ਆਨਸਰ ਦੇ ਵਿੱਚ ਸਾਨੂੰ ਸਭ ਦੇ SI ਯੂਨਿਟ ਜਾਂ ਅਕੋਰਡਿੰਗ ਟੂ ਸਟੇਟਮੈਂਟ ਉਹਨਾਂ ਨੇ ਕੀ ਪੁੱਛਿਆ ਹੈਗਾ, CGS ਪੁੱਛਿਆ, SI ਪੁੱਛਿਆ, ਉਹਨਾਂ ਨੂੰ ਲਿਖਣਾ ਪੈਂਦਾ ਹੈਗਾ। ਅੱਧਾ ਨੰਬਰ ਜਾਂ 1 ਨੰਬਰ ਅਕੋਰਡਿੰਗ ਟੂ ਤੁਹਾਡੀ ਜਿਹੜੀ ਯੂਨੀਵਰਸਿਟੀ ਹੈਗੀ ਆ, ਜਿਹਨੇ ਤੁਹਾਨੂੰ ਨੰਬਰ ਦਿੰਦੇ ਹੈਗੇ ਆ, ਉਹਦਾ ਹੁੰਦਾ ਹੀ ਹੁੰਦਾ ਹੈਗਾ। ਸੋ ਤੁਸੀਂ ਯਾਦ ਰੱਖਣੀ ਹੈਗੀ ਆ। ਸਪੀਡ ਮੈਂ ਤੁਹਾਨੂੰ ਦੱਸਦਾ। ਅੱਛਾ, ਉਸ ਤੋਂ ਬਾਅਦ ਕੀ ਹੁੰਦੀ ਹੈਗੀ ਹੈ, ਐਵਰੇਜ ਸਪੀਡ ਕੀ ਹੁੰਦੀ ਹੈਗੀ ਹੈ, ਪਾਰਟੀਕਲ ਨੇ ਟੋਟਲ ਡਿਸਟੈਂਸ ਕਿੰਨਾ ਕਵਰ ਕੀਤਾ ਹੈਗਾ, ਟੋਟਲ ਟਾਈਮ ਦੇ ਵਿੱਚ ਕਿੰਨਾ ਟਾਈਮ ਲੈ ਕੇ, ਉਹਨੂੰ ਅਸੀਂ ਕੀ ਕਹਿੰਦੇ ਆ, ਐਵਰੇਜ ਸਪੀਡ। ਅੱਛਾ, ਉਸ ਤੋਂ ਬਾਅਦ ਅਸੀਂ ਗੱਲ ਕਰਦੇ ਪਏ ਹਾਂ ਯੂਨੀਫਾਰਮ ਵੈਲੋਸਿਟੀ ਦੀ। ਯੂਨੀਫਾਰਮ ਦਾ ਕੀ ਮਤਲਬ ਹੈਗਾ, ਸਕੂਲ ਦੇ ਵਿੱਚ ਸਾਰੇ ਪੜ੍ਹਦੇ ਹੋ ਨਾ, ਉਹਦੇ ਵਿੱਚ ਕੀ ਹੁੰਦਾ ਹੈਗਾ, ਕਿਸੇ ਦੀ ਵੀ ਜਿਹੜੀ ਹੈਗੀ ਹੈ ਯੂਨੀਫਾਰਮ ਵੱਖਰੀ ਨਹੀਂ ਹੁੰਦੀ, ਸਾਰੇ ਸੇਮ ਕੱਪੜੇ ਪਾ ਕੇ ਆਉਂਦੇ ਨਾ, ਸੇਮ ਕਲਰ ਦੇ, ਸੇਮ ਪ੍ਰਿੰਟ ਦੇ। ਕਹਿਣ ਦਾ ਮਤਲਬ ਹੈਗਾ ਜਦੋਂ ਕੁਝ ਵੀ ਚੇਂਜ ਨਾ ਹੋਵੇ, ਸਭ ਕੁਝ ਸੇਮ ਹੋਵੇ, ਉਹਨੂੰ ਅਸੀਂ ਕੀ ਕਹਿੰਦੇ ਆ, ਵੈਲੋਸਿਟੀ। ਜਦੋਂ ਸਾਡਾ ਪਾਰਟੀਕਲ ਮੂਵ ਕਰਦਾ ਪਿਆ ਹੈ ਬਟ ਜਿਹੜਾ ਹੈਗਾ ਉਹਦਾ ਸਪੀਡ ਬਿਲਕੁਲ ਸੇਮ ਹੈਗੀ ਹੈ, ਬਿਲਕੁਲ ਸੇਮ ਹੈਗਾ। ਜਿਵੇਂ ਤੁਸੀਂ ਘਰੋਂ ਨਿਕਲੇ ਹੋ, ਤੁਹਾਡੀ ਜਿਹੜੀ ਹੈਗੀ ਸੀ ਵੈਲੋਸਿਟੀ ਹੈਗੀ ਸੀ 10 ਕਿਲੋਮੀਟਰ ਪਰ ਆਰ ਦੀ, ਤੁਸੀਂ ਸਕੂਲ ਪਹੁੰਚ ਗਏ ਹੋ, ਤੁਹਾਡੀ ਓਨੀ ਰਹੀ ਕਿਉਂਕਿ ਰਸਤਾ ਬਿਲਕੁਲ ਖਾਲੀ ਹੈਗਾ ਸੀ, ਕੋਈ ਟ੍ਰੈਫਿਕ ਨਹੀਂ ਮਿਲੀ। ਇਹ ਤੁਹਾਡੀ ਕਿਹੜੀ ਵੈਲੋਸਿਟੀ ਮੰਨੀ ਜਾਏਗੀ, ਯੂਨੀਫਾਰਮ ਵੈਲੋਸਿਟੀ। ਐਕਸਲਰੇਸ਼ਨ ਕੀ ਹੁੰਦਾ ਹੈ, ਜਦੋਂ ਵੈਲੋਸਿਟੀ ਚੇਂਜ ਹੁੰਦੀ ਹੈ ਕਿਹਦੇ ਨਾਲ, ਟਾਈਮ ਦੇ ਨਾਲ, ਉਹਨੂੰ ਅਸੀਂ ਕੀ ਕਹਿੰਦੇ ਆ, ਐਕਸਲਰੇਸ਼ਨ। ਸੇਮ ਇਨ ਕੇਸ ਆਫ ਦਿਸ, ਜਿਵੇਂ ਵੈਲੋਸਿਟੀ ਹੈਗੀ ਸੀ, ਕੀ ਹੈਗੀ ਸੀ, ਵੈਕਟਰ ਕੁਆਂਟਿਟੀ ਹੈਗੀ ਸੀ, ਐਵੇਂ ਕੀ ਹੈਗੀ ਸਾਡੇ ਕੋਲ, ਵੈਕਟਰ ਕੁਆਂਟਿਟੀ ਹੈਗੀ ਹੈ। ਅੱਛਾ, ਜਦੋਂ ਸਾਡੇ ਕੋਲ ਵੈਲੋਸਿਟੀ ਘਟਦੀ ਹੈ ਨਾ, ਤੇ ਉਹਦੇ ਨਾਲ ਸਾਡੇ ਕੋਲ ਜਿਹੜੀ ਐਕਸਲਰੇਸ਼ਨ ਆਉਂਦੀ ਉਹ ਕੀ ਆਉਂਦੀ ਕਿ ਨੈਗੇਟਿਵ। ਤੇ ਇਹ ਨੈਗੇਟਿਵ ਐਕਸਲਰੇਸ਼ਨ ਅਸੀਂ ਕੀ ਕਹਿੰਦੇ ਹੈਗੇ ਆ, ਰਿਟਾਰਡੇਸ਼ਨ। ਕਹਿਣ ਦਾ ਮਤਲਬ ਜਦੋਂ ਐਕਸਲਰੇਸ਼ਨ ਘਟਦੀ ਹੈ ਉਹਨੂੰ ਅਸੀਂ ਕੀ ਕਹਿੰਦੇ ਆ, ਰਿਟਾਰਡੇਸ਼ਨ। ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਜਦੋਂ ਵੈਲੋਸਿਟੀ ਪਾਰਟੀਕਲ ਦੀ ਯੂਨੀਫਾਰਮ ਹੁੰਦੀ ਹੈ ਨਾ, ਉਹਦੀ ਐਕਸਲਰੇਸ਼ਨ ਕੀ ਮੰਨੀ ਜਾਂਦੀ ਹੈਗੀ ਹੈ, 0 ਹੈਗੀ ਹੈ। ਇਹ ਲਿਖੀ ਹੋਈ ਲਾਈਨ, ਇਟ ਇਜ਼ ਨੋਟਡ ਦੈਟ ਦ ਵੈਲੋਸਿਟੀ ਆਫ ਅ ਪਾਰਟੀਕਲ ਇਜ਼ ਸੈਡ ਟੂ ਬੀ ਯੂਨੀਫਾਰਮ ਦੈਨ ਐਕਸਲਰੇਸ਼ਨ ਸ਼ੁੱਡ ਬੀ 0। ਅੱਛਾ, ਜਿਵੇਂ ਅਸੀਂ ਯੂਨੀਫਾਰਮ ਵੈਲੋਸਿਟੀ ਪੜ੍ਹੀ ਸੀ, ਉਵੇਂ ਹੀ ਅਸੀਂ ਕੀ ਪੜ੍ਹਨ ਲੱਗਿਆ, ਯੂਨੀਫਾਰਮ ਐਕਸਲਰੇਸ਼ਨ।
ਬਹੁਤ ਸਿੰਪਲ ਟਰਮਸ ਹੈਗੀ ਹੈ। ਫਿਜ਼ਿਕਸ ਇੱਕ ਇੰਨਾ ਅੱਛਾ ਸਬਜੈਕਟ ਹੈਗਾ ਨਾ, ਉਹਦੇ ਕਨਸੈਪਟ ਇੱਕ ਵਾਰ ਕਲੀਅਰ ਹੋ ਜਾਣ ਨਾ, ਸਾਰੇ ਕਿਤੇ ਕੰਮ ਆਉਂਦੇ ਨੇ। ਅੱਛਾ, ਹੁਣ ਯੂਨੀਫਾਰਮ ਐਕਸਲਰੇਸ਼ਨ ਦਾ ਕੀ ਮਤਲਬ ਹੈਗਾ ਹੈ? ਜਦੋਂ ਵੈਲੋਸਿਟੀ ਜਿਹੜੀ ਪਾਰਟੀਕਲ ਦੀ ਹੈਗੀ ਹੈ ਸਟ੍ਰੇਟ ਲਾਈਨ ਦੇ ਵਿੱਚ ਚੱਲਦੀ ਪਈ ਹੈ, ਬਿਲਕੁਲ ਆਪਣਾ ਨਾ ਟਾਈਮ ਚੇਂਜ ਕਰਦੀ ਪਈ ਹੈ, ਨਾ ਡਿਸਪਲੇਸਮੈਂਟ ਚੇਂਜ ਕਰਦੀ ਪਈ ਹੈ, ਨਾ ਵੈਲੋਸਿਟੀ ਚੇਂਜ ਹੁੰਦੀ ਪਈ ਹੈ, ਠੀਕ ਹੈ। ਉਹਦੇ ਸਾਰੇ ਇੰਟਰਵਲ ਸੇਮ ਹੈਗੇ ਨੇ, ਇਕੁਅਲ ਹੈਗੇ ਨੇ। ਉਹ ਪਾਰਟੀਕਲ ਨੂੰ ਅਸੀਂ ਕੀ ਕਵਾਂਗੇ? ਉਹ ਕਿੱਦਾਂ ਮੂਵ ਕਰਦਾ ਪਿਆ? ਯੂਨੀਫਾਰਮ ਐਕਸਲਰੇਸ਼ਨ ਦੇ ਨਾਲ ਮੂਵ ਕਰਦਾ ਪਿਆ। ਤੋ ਤੁਹਾਡੇ ਜਿਹੜੇ ਹੈਗੇ ਆ ਇੰਨੇ ਕਨਸੈਪਟ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਵੀਡੀਓ ਦੇ ਵਿੱਚ ਅਸੀਂ ਅਗਲੇ ਕਨਸੈਪਟ ਪੜ੍ਹਾਂਗੇ, ਅਤੇ ਇਹਦੇ ਵਿੱਚ ਜਿਹੜੀ ਹੈਗੀ ਆ ਅਸੀਂ ਪਹਿਲੇ ਐਗਜ਼ਾਮਪਲਾਂ ਕਰਾਂਗੇ, ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਅਨਸੋਲਵਡ ਕੁਐਸਚਨਸ ਕਰਾਂਗੇ, ਠੀਕ ਹੈ। ਕਿਉਂਕਿ ਸਾਰੇ ਕੁਐਸਚਨਸ ਕਰਨੇ ਬਹੁਤ ਜ਼ਰੂਰੀ ਹੈਗੇ ਨੇ ਚੈਨਲ ਨੂੰ। ਸੋ ਤੁਸੀਂ ਲਾਈਕ ਸਬਸਕ੍ਰਾਈਬ ਕਰਨਾ ਅਤੇ ਨੈਕਸਟ ਵੀਡੀਓ ਵਿੱਚ ਆਉਣਾ।